ਹੈਲੋ ਸਟੂਡੈਂਟਸ, ਵੈਲਕਮ ਟੂ ਮਾਈ YouTube ਚੈਨਲ ਇਸਚਪ ਐਡੂਕॉम। ਅੱਜ ਅਸੀਂ ਸਟੂਡੈਂਟ ਫਾਈਨੈਂਸ਼ੀਅਲ ਸਟੇਟਮੈਂਟਸ ਕੀ ਹੁੰਦੀਆਂ ਨੇ, ਠੀਕ ਹੈ ਜੀ, ਕਿਸੇ ਵੀ ਕੰਪਨੀ ਦੀਆਂ ਉਹ ਡਿਸਕਸ ਕਰਾਂਗੇ। ਜਿਹੜਾ ਮੈਨੇਜਮੈਂਟ ਆਪਣੀ ਅਕਾਊਂਟਿੰਗ ਹੈ ਉਹਦਾ ਪਾਰਟ ਹੈ ਇਹ, ਉਹਦੇ 'ਚ ਟੌਪਿਕ ਮੈਂਸ਼ਨ ਹੈ। ਅਸੀਂ ਅੱਜ ਇਹਨੂੰ ਬਰੀਫ ਕਰਨ ਦੀ ਕੋਸ਼ਿਸ਼ ਕਰਾਂਗੇ ਪੂਰੇ ਟੌਪਿਕ ਨੂੰ। ਸੋ ਜਿਹੜੀ ਆਪਣੀ ਮੈਨੇਜਮੈਂਟ ਅਕਾਊਂਟਿੰਗ ਹੈ ਜੀ, ਉਹਦੇ 'ਚ ਫਾਈਨੈਂਸ਼ੀਅਲ ਸਟੇਟਮੈਂਟ ਨੂੰ ਕਿਵੇਂ ਡਿਫਾਈਨ ਕਰਦੇ ਜੀ। ਇਹਦੇ 'ਚ ਕਹਿੰਦਾ ਜੀ ਜਿਹੜੀ ਆਪਣੀ फाइनेंशियल स्टेटमेंट्स है आर समरीराइजिंग स्टेटमेंट्स है ऑफ अकाउंटिंग डाटा दी प्रिपेयर करते आप एट द एंड ऑफ अकाउंटिंग प्रोसैस आफ्टर प्रिपेयरिंग ट्रायल बैलेंस बाय एंटरप्राइज कहता है मीडियम है कम्यूनीकेटिंग का कि बिटवीन अपने इंटरनल तो एक्सटर्नल जो यूजरस होंगे उन्होंने कम्यूनीकेट करवाता है। किमें करवाता है जी, ये की कह रहे जी जी ये स्टेटमेंट अपनी फाइनेंशियल स्टेटमेंट है ये एट द एंड जो अकाउंटिंग पीरीयड होंगे ਉਹਦੇ ਪ੍ਰਪੇਅਰ ਕੀਤੀ ਜਾਂਦੀ ਹੈ। ਇਹਦਾ ਸੈਕਿੰਡ ਵਰਕ ਕੀ ਹੈ, ਕਮਿਊਨੀਕੇਟ ਕਰਦੇ ਇੰਟਰਨਲ ਅਤੇ ਐਕਸਟਰਨਲ ਨੂੰ। ਉਹ ਕਿਵੇਂ ਕਮਿਊਨੀਕੇਟ ਕਰਦੇ ਜੀ, ਇੱਥੇ ਮੈਂ ਤੁਹਾਨੂੰ ਐਕਸਪਲੇਨ ਕਰੂੰਗੀ। ਦੇਖੋ ਜਿਵੇਂ ਤੁਹਾਡੇ ਬਿਜ਼ਨਸ ਦੀ ਕੋਈ ਵੀ ਡਿਟੇਲ ਹੈ ਨਾ, ਤੁਹਾਡੇ ਬਿਜ਼ਨਸ ਕਿੰਨਾ ਪ੍ਰੋਫਿਟ ਹੋ ਰਿਹਾ, ਤੁਸੀਂ ਕਿੰਨਾ ਲੋਸ ਅਰਨ ਕਰ ਰਹੇ ਹੋ, ਹੈ ਨਾ, ਕੋਈ ਵੀ ਚੀਜ਼ ਤੁਹਾਡੀ ਡੈਪਰੀਸ਼ੀਏਟ ਹੋ ਰਹੀ ਹੈ, ਤੁਹਾਡੇ ਸ਼ੇਅਰਸ ਦੀ ਪੋਜੀਸ਼ਨ ਕੀ ਹੈ, ਉਹ ਸਾਰਾ ਅਸੀਂ ਇੰਟਰਨਲ ਅਤੇ ਐਕਸਟਰਨਲ ਯੂਜ਼ਰ ਨਾਲ ਕਮਿਊਨੀਕੇਟ ਕਰਦੇ, ਕਿਉਂਕਿ ਇਹੀ ਮੇਨ ਪਰਸਨ ਹੁੰਦੇ ਸਟੂਡੈਂਟ ਜਿਹੜੇ ਸਾਡੇ ਬਿਜ਼ਨਸ 'ਚ ਪੈਸਾ ਇਨਵੈਸਟ ਕਰਦੇ ਆ, ਜਿਨ੍ਹਾਂ ਨਾਲ ਅਸੀਂ ਲੈਣ ਦੇਣ ਕੀਤਾ ਹੁੰਦਾ ਹੈ। ਕਿਉਂਕਿ ਲੈਣ ਦੇਣ ਤੋਂ ਬਿਨਾਂ ਬਿਜ਼ਨਸ ਸਰਵਾਈਵ ਨਹੀਂ ਕਰਦਾ ਹੈਗਾ। ਸੋ ਇਹਨਾਂ ਨਾਲ ਪੂਰੀ ਡਿਟੇਲ ਆਪਣੀ ਡਿਸਕਸ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ, ਕਿਉਂਕਿ ਜੇ ਅਸੀਂ ਇਹ ਡਿਟੇਲ ਇਹਨਾਂ ਨਾਲ ਡਿਸਕਸ ਨਹੀਂ ਕਰ ਪਾਵਾਂਗੇ ਤਾਂ ਇਹ ਸਾਡੇ ਬਿਜ਼ਨਸ 'ਚ ਪੈਸਾ ਵੀ ਆਪਣਾ ਨਹੀਂ ਇਨਵੈਸਟ ਕਰਨਗੇ। ਸੋ ਇੰਪੋਰਟੈਂਟ ਪਾਰਟ ਨੇ ਫਾਈਨੈਂਸ਼ੀਅਲ ਸਟੇਟਮੈਂਟਸ ਦਾ। ਸੋ ਉਸ ਤੋਂ ਬਾਅਦ ਕੀ ਹੈ ਜੀ, ਫਾਈਨੈਂਸ਼ੀਅਲ ਸਟੇਟਮੈਂਟ ਬੇਸਿਕਲੀ ਕੀ ਹੈ, ਇਹਦੇ 'ਚ ਅਸੀਂ ਪ੍ਰੋਫਿਟ ਐਂਡ ਲੋਸ ਅਕਾਊਂਟ, बैलेंस शीट ਜਿਹੜੀ पोजीशन स्टेटमेंट ਹੁੰਦੀ ਕਿਸੇ ਵੀ ਬਿਜ਼ਨਸ ਦੀ ਉਹ ਕ੍ਰੀਏਟ ਕਰਦੇ ਆ। ਮਤਲਬ ਪ੍ਰੋਪਰ ਡਿਟੇਲ ਹੁੰਦੀ ਹੈ ਉਹਦੇ 'ਚ ਕਿ ਕਿਹੜਾ ਬਿਜ਼ਨਸ ਕਿਵੇਂ ਸਰਵਾਈਵ ਕਰ ਰਿਹਾ ਹੈ। ਸੋ ਉਹਦੇ 'ਚ ਕੀ ਕ੍ਰੀਏਟ ਕਰਦੇ ਆ ਜੀ, ਜਿਹੜਾ ਆਪਣਾ ਕੰਪਨੀ ਐਕਟ 2013 'ਚ ਕਿਆ ਕਹਿ ਰਿਹਾ, बैलेंस शीट। ਪਹਿਲੀ ਅਸੀਂ ਕੀ ਪ੍ਰਪੇਅਰ ਕਰਦੇ ਸਟੂਡੈਂਟ, बैलेंस शीट। बैलेंस शीट ਕੀ ਹੈ ਜੀ, ਸ਼ੋ ਕਰਦੇ ਫਾਈਨੈਂਸ਼ੀਅਲ ਪਰਫਾਰਮੈਂਸ ਆਪਣੀ, ਹੈ ਨਾ, ਕਿ ਕੋਈ ਵੀ ਬਿਜ਼ਨਸ ਕਿਵੇਂ ਪਰਫਾਰਮ ਕਰ ਰਿਹਾ, ਉਹਦੀ ਅੱਜ ਦੇ ਟਾਈਮ 'ਚ ਉਹਦੀ ਪੋਜੀਸ਼ਨ ਕੀ ਹੈ, ਇਨ ਫਿਊਚਰ 'ਚ ਕੀ ਹੋਵੇਗੀ, ਅਤੇ ਹਿਸਟੋਰੀਕਲ 'ਚ ਪਾਸਟ 'ਚ ਉਹਦੀ ਪੋਜੀਸ਼ਨ ਕੀ ਸੀਗੀ। ਸੋ ਜਿਹੜੀ ਬੈਲੈਂਸ ਸ਼ੀਟ ਹੈ ਪੂਰਾ ਡਾਟਾ ਆਪਾਂ ਨੂੰ ਐਕਸਪਲੇਨ ਕਰਦੀ ਹੈ ਕਿ ਕਿਹੜੀ ਚੀਜ਼ ਕਿਵੇਂ ਪ੍ਰੋਸੈਸ 'ਚ ਹੋਏਗੀ। ਸੋ ਬੈਲੈਂਸ ਸ਼ੀਟ ਹੈ ਜਿਹੜੀ ਸਾਨੂੰ ਪੋਜੀਸ਼ਨ ਦੱਸਦੀ ਹੈ ਕਿ ਬਿਜ਼ਨਸ ਲਾਸ 'ਚ ਜਾ ਰਿਹਾ ਹੈ ਜਾਂ ਪ੍ਰੋਫਿਟ 'ਚ ਜਾ ਰਿਹਾ ਹੈ। ਸੋ ਆਪਣੀ ਬੈਲੈਂਸ ਸ਼ੀਟ ਉਹ ਡਿਸਕਸ ਕਰਦੇ। ਉਹ ਤੋਂ ਬਾਅਦ ਆ ਗਿਆ ਜੀ ਸਟੇਟਮੈਂਟ ਆਫ ਪ੍ਰੋਫਿਟ ਐਂਡ ਲਾਸ ਅਕਾਊਂਟ। ਸਟੇਟਮੈਂਟ ਪ੍ਰੋਫਿਟ ਐਂਡ ਲਾਸ ਅਕਾਊਂਟ 'ਚ ਕੀ ਹੈ ਜੀ, ਇਹ ਸਪੋਰਟ ਕਰਦਾ ਕਿਹਨੂੰ ਸਪੋਰਟ ਕਰਦਾ ਜੀ, ਇਹ ਨੀਡ ਜਿਹੜਾ ਰਿਜ਼ਲਟ ਹੈ ਆਪਣਾ ਬਿਜ਼ਨਸ ਦਾ ਆਪਰੇਸ਼ਨਸ ਡਿਊਰਿੰਗ ਦਾ ਅਕਾਊਂਟਿੰਗ ਪ੍ਰੋਸੈਸ ਦੇ ਅੰਦਰ ਆਇਆ ਆਪਣਾ, ਹੈ ਨਾ। ਸੋ ਉਹਨੂੰ ਇਹ ਕਰਦਾ, ਇਟ ਇਜ਼ ਨੋਨ ਐਜ਼ ਇਨਕਮ ਸਟੇਟਮੈਂਟ। ਇਹਨੂੰ ਕੀ ਕਿਹਾ ਜਾਂਦਾ ਜੀ, ਇਨਕਮ ਸਟੇਟਮੈਂਟ ਵੀ ਕਿਹਾ ਜਾਂਦਾ ਹੈ। ਇਹਨੂੰ ਜੀ ਪ੍ਰੋਫਿਟ ਐਂਡ ਲਾਸ ਨੂੰ। ਇਹਦੇ 'ਚ ਦੇਖੋ ਸਾਰੇ ਆਪਣਾ ਇਹ ਕੀ ਤੁਹਾਨੂੰ ਡਿਟੇਲ ਦੇਗਾ, ਇਹਦੇ 'ਚ ਤੁਹਾਡੇ ਪੂਰੀ ਜਿੰਨੇ ਵੀ ਤੁਹਾਡੇ ਇਨਕਮ ਹੋਈ ਹੈ, ਐਕਸਪੈਂਸਿਸ ਹੋਏ ਹਨ, ਜਿਵੇਂ ਮਸ਼ੀਨਰੀ 'ਤੇ ਡੈਪਰੀਸ਼ੀਏਸ਼ਨ ਲੱਗਿਆ, ਤੁਹਾਡਾ ਪ੍ਰੀਪੇਡ ਐਕਸਪੈਂਸ ਹੈ, ਆਊਟਸਟੈਂਡਿੰਗ ਹੈ, ਕੋਈ ਫਰੇਟ ਪੇ ਕੀਤੀ ਹੈ, ਸੇਲ ਪਰਚੇਜ਼, ਸਾਰਾ ਡਾਟਾ ਕਿਹਦੇ 'ਚ ਇਨਕਲੂਡ ਕੀਤਾ ਜਾਂਦਾ ਆਪਣਾ ਪ੍ਰੋਫਿਟ ਐਂਡ ਲਾਸ ਅਕਾਊਂਟਸ। ਸੋ ਇਹ ਸਾਡੀ ਇਨਕਮ ਸਟੇਟਮੈਂਟ ਹੁੰਦੀ ਹੈ। ਇਹਦੇ 'ਚੋਂ ਅਸੀਂ ਕੀ ਜਨਰੇਟ ਕਰਦੇ ਹਾਂ ਸਟੂਡੈਂਟਸ, ਆਪਣਾ ਨੈਟ ਪ੍ਰੋਫਿਟ ਅਤੇ ਨੈਟ ਲਾਸ ਅਸੀਂ ਇਹ ਤੋਂ ਕਵਰ ਕਰਦੇ, ਕਿਉਂਕਿ ਜਿਹੜਾ ਸਾਡਾ ਗ੍ਰੋਸ ਪ੍ਰੋਫਿਟ ਹੁੰਦਾ ਉਹ ਅਸੀਂ ਟ੍ਰੇਡਿੰਗ ਅਕਾਊਂਟਸ ਤੋਂ, ਪਹਿਲਾਂ ਟ੍ਰੇਡਿੰਗ ਅਕਾਊਂਟਸ ਤੋਂ ਸਾਨੂੰ ਕੀ ਪਤਾ ਚੱਲੇਗਾ ਆਪਣਾ ਗ੍ਰੋਸ ਪ੍ਰੋਫਿਟ ਜਾਂ ਗ੍ਰੋਸ ਲਾਸ। ਉਹ ਤੋਂ ਬਾਅਦ ਜਦੋਂ ਕੈਰੀ ਫਾਰਵਰਡ ਕਰਦੇ ਆਪਾਂ ਲਾਸ ਜਾਂ ਪ੍ਰੋਫਿਟ, ਤਾਂ ਉਹ ਤੋਂ ਸਾਡੇ ਕੋਲ ਆਉਂਦਾ ਨੈਟ ਪ੍ਰੋਫਿਟ ਔਰ ਨੈਟ ਲਾਸ। ਓਕੇ, ਸੋ ਉਹਨੂੰ ਅੱਗੇ ਅਸੀਂ ਟ੍ਰਾਂਸਫਰ ਕਰਦੇ ਬੈਲੈਂਸ ਸ਼ੀਟ 'ਚ। ਸੋ ਤੁਹਾਨੂੰ ਪ੍ਰੋਫਿਟ ਐਂਡ ਲਾਸ ਦਾ ਪਤਾ ਚੱਲ ਗਿਆ ਕਿ ਇਹਦੇ 'ਚ ਅਸੀਂ ਬੇਸਿਕ ਜਿਹੜੇ ਆਪਣੇ ਐਕਸਪੈਂਸਿਸ ਹੁੰਦੇ ਆ ਉਹ ਪਾਉਂਦੇ ਆ। ਉਹਦੇ ਬਾਅਦ ਆ ਗਿਆ ਜੀ ਨੋਟਸ ਟੂ ਅਕਾਊਂਟਸ। ਨੋਟਸ ਟੂ ਅਕਾਊਂਟਸ ਕੀ ਕਹਿ ਰਹੇ ਜੀ, ਜਿੰਨਾ ਵੀ ਡਾਟਾ ਹੈ ਅਕੋਰਡਿੰਗ ਟੂ ਦ ਜਿਹੜਾ ਆਪਾਂ ਨੇ ਪ੍ਰਪੇਅਰ ਕਰਨਾ ਹੈ, ਕੋਈ ਬਰੀਫ ਡਿਟੇਲ ਹੈ ਕਿਸੇ ਵੀ ਡਾਟੇ ਦੀ, ਜਿਵੇਂ ਹੁਣ ਮਸ਼ੀਨਰੀ 'ਤੇ ਫੋਰ ਐਗਜ਼ਾਮਪਲ ਆਪਾਂ ਲੈਂਦੇ ਹਾਂ ਕਿ ਅਸੀਂ ਮਸ਼ੀਨਰੀ ਹੈ ਉਹ 'ਤੇ 10% ਡੈਪਰੀਸ਼ੀਏਸ਼ਨ ਹੋ ਰਿਹਾ, 10% ਡੈਪਰੀਸ਼ੀਏਸ਼ਨ ਹੋ ਰਿਹਾ ਸਟੂਡੈਂਟਸ। ਉਹਦੇ 'ਚ ਕੀ ਹੋਗਾ, ਹੁਣ ਉਹਦੀ ਪ੍ਰੋਪਰ ਸਾਨੂੰ ਕੈਲਕੂਲੇਸ਼ਨ ਵੀ ਕਰਨੀ ਪਏਗੀ। ਸੋ ਉਹ ਜਿਹੜੀ ਕੈਲਕੂਲੇਸ਼ਨ ਵਰਕ ਹੈਗਾ ਸਾਡਾ ਉਹ ਕਿਹਦੇ 'ਚ ਰਿਕਾਰਡ ਕੀਤਾ ਜਾਂਦਾ, ਨੋਟਸ ਟੂ ਅਕਾਊਂਟਸ ਦੇ ਵਿੱਚ। ਜਿਵੇਂ ਹੁਣ ਆਪਣਾ ਟ੍ਰੇਡ ਡਿਸਕਾਊਂਟ ਹੋ ਗਿਆ, ਆਪਣਾ ਕੈਸ਼ ਡਿਸਕਾਊਂਟ ਹੋ ਗਿਆ, ਹੁਣ ਤਾਂ GST ਵੀ ਆ ਗਿਆ, ਹੈ ਨਾ। ਉਹਦੀ ਪ੍ਰੋਪਰ ਕੈਲਕੂਲੇਸ਼ਨ ਕਿਹਦੇ 'ਚ ਰਿਕਾਰਡ ਕੀਤੀ ਜਾਂਦੀ ਹੈ, ਆਪਣੀ
ਨੋਟਸ ਟੂ ਅਕਾਊਂਟਸ ਦੇ ਵਿੱਚ। ਸੋ ਇਹ ਬਿਜ਼ਨਸ ਦਾ ਬਹੁਤ ਇੰਪੋਰਟੈਂਟ ਪਾਰਟ ਹੈ। ਜੇ ਤੁਸੀਂ ਇਹ ਪ੍ਰਪੇਅਰ ਨਹੀਂ ਕਰੋਗੇ ਤਾਂ ਤੁਹਾਡਾ ਜਰਨਲ ਹੈ, ਆਪਣਾ ਲੈਜਰ ਹੈ, ਉਹ ਕਨਫਿਊਜ਼ਿੰਗ ਹੋਏਗਾ ਅਤੇ ਕਾफ़ी ਵਧੀਆ ਉਹ ਐਕਸਪਲੇਨ ਨਹੀਂ ਹੋ ਪਾਏਗਾ। ਸੋ ਉਹ ਤੋਂ ਬਾਅਦ ਨੈਕਸਟ ਹੈ ਜੀ ਕੈਸ਼ ਫਲੋ ਸਟੇਟਮੈਂਟ। ਕੈਸ਼ ਫਲੋ ਸਟੇਟਮੈਂਟ ਕੀ ਹੁੰਦੀ, ਅਕੋਰਡਿੰਗ ਟੂ ਸਟੈਂਡਰਡ ਅਕਾਊਂਟਿੰਗ ਸਟੈਂਡਰਡ 3rd ਦੇ ਅਕੋਰਡਿੰਗ ਇਹ ਪ੍ਰਪੇਅਰ ਕੀਤੀ ਜਾਂਦੀ ਹੈ। ਇਹਦੇ 'ਚ ਕੀ ਹੈ ਜੀ, ਜਿਹੜੀ ਕਿ ਆਪਣੀ ਕੈਸ਼ ਫਲੋ ਹੈ ਉਹ ਦੱਸਦੀ ਹੈ ਕਿ ਸਾਡੇ ਬਿਜ਼ਨਸ 'ਚ ਕੈਸ਼ ਦਾ ਇਨਫਲੋ ਅਤੇ ਆਊਟਫਲੋ ਕਿੰਨਾ ਹੋ ਰਿਹਾ ਹੈ। ਬੇਸਿਕਲੀ ਸਟੂਡੈਂਟ ਤੁਹਾਨੂੰ ਪਤਾ ਹੋਏ ਕੈਸ਼ ਫਲੋ 3 ਜਿਹੜੀ ਐਕਟੀਵਿਟੀਜ਼ ਹੈ ਉਹ ਇਨਕਲੂਡ ਕਰਦੀ ਹੈ ਤੁਹਾਡੀ। ਆਈ ਥਿੰਕ ਇੱਕ ਓਪਰੇਟਿੰਗ ਹੈ, ਦੂਜੀ ਫਾਈਨੈਂਸਿੰਗ ਹੈ, ਥਰਡ ਹੈਗੀ ਜੀ ਆਪਣੀ ਇਨਵੈਸਟਿੰਗ ਐਕਟੀਵਿਟੀ। ਤਾਂ 3 ਐਕਟੀਵਿਟੀਜ਼ ਨੂੰ ਇਹ ਕੀ ਕਰਦੀ ਹੈ, ਦੇਖਦੀ ਹੈ ਕਿ ਕਿੱਥੋਂ ਇਨਫਲੋ ਅਤੇ ਆਊਟਫਲੋ ਹੋ ਰਿਹਾ ਹੈ। ਸੋ ਜਿਹੜਾ ਇਹ ਆਪਣਾ ਅਕਾਊਂਟਿੰਗ ਸਟੇਟਮੈਂਟ ਹੈ ਜੀ, ਇਹ ਕੀ ਕਹਿ ਰਹੀ ਹੈ ਜੀ, ਅੰਡਰ ਸੈਕਸ਼ਨ 129 ਦੇ ਅੰਦਰ ਕਹਿ ਰਹੇ ਜੀ ਕੰਪਨੀ ਐਕਟ ਹੈ ਜਿਹੜਾ 2013 'ਚ ਰਿਕੁਆਇਰ ਕਰਦਾ ਹੈ ਕੰਪਨੀ ਟੂ ਪ੍ਰਪੇਅਰ ਦਾ ਫਾਈਨੈਂਸ਼ੀਅਲ ਸਟੇਟਮੈਂਟ ਐਵਰੀ ਈਅਰ ਕਰੇ ਉਹਨੂੰ ਪ੍ਰਸਕ੍ਰਾਈਬਡ ਫਾਰਮ 'ਚ ਜਿਹੜੀ ਮੈਂਸ਼ਨ ਕੀਤੀ ਹੋਈ ਹੈ ਆਪਣੇ ਕੰਪਨੀ ਐਕਟ 'ਚ, ਅਤੇ ਸ਼ੈਡਿਊਲ 3rd 'ਚ ਕੰਪਨੀ ਐਕਟ 'ਚ ਉਹਨੂੰ ਪ੍ਰੋਪਰ ਕੀ ਕਰੇ, ਐਕਸਪਲੇਨ ਕਰੇ। ਕਿਉਂਕਿ ਜੇ ਤੁਸੀਂ ਪ੍ਰੋਪਰ ਆਪਣੇ ਅਕਾਊਂਟਿੰਗ ਸਟੈਂਡਰਡਸ ਦੇ ਅਕੋਰਡਿੰਗ ਹੀ ਆਪਣੇ ਅਕਾਊਂਟਸ ਵਗੈਰਾ ਮੇਨਟੇਨ ਕਰੋਗੇ ਤਾਂ ਹੀ ਤੁਹਾਡੀ ਜਿਹੜੀ ਕੰਪਲੀਕੇਸ਼ਨਸ ਹੈ ਉਹ ਬਹੁਤ ਘੱਟ ਹੋਣਗੀਆਂ ਅਤੇ ਤੁਹਾਡੇ ਅਕਾਊਂਟਸ ਹੈ ਜਿਹੜੇ ਉਹ ਓਮਿਸ਼ਨਸ ਉਹਨਾਂ 'ਚ ਗਲਤੀ ਬਹੁਤ ਘੱਟ ਹੋਏਗੀ। ਓਕੇ ਸਟੂਡੈਂਟਸ, ਸੋ ਨੈਕਸਟ ਹੈਗਾ ਜੀ ਆਪਣਾ ਫਾਈਨੈਂਸ਼ੀਅਲ ਸਟੇਟਮੈਂਟ ਦੀ ਡੈਫੀਨੇਸ਼ਨ ਕੀ ਹੈ ਜੀ। ਇਹਦੇ 'ਚ ਕੀ ਕਹਿ ਰਹੇ ਜੀ, ਫਾਈਨੈਂਸ਼ੀਅਲ ਸਟੇਟਮੈਂਟ ਹੈ ਪ੍ਰੋਵਾਈਡ ਕਰਦਾ ਸਮਰੀ ਆਫ ਅਕਾਊਂਟਸ ਐਂਟਰਪ੍ਰਾਈਜ਼ਸ ਦਾ बैलेंस शीट ਕਿੰਨਾ ਰਿਫਲੈਕਟ ਕਰ ਰਹੀ ਹੈ ਐਸੈਟ, ਲਾਇਬਿਲਿਟੀ ਅਤੇ ਕੈਪੀਟਲ ਨਾਲ, ਅਤੇ ਜਿਹੜੀ ਤੁਹਾਡੀ ਸਰਟਨ ਡੇਟਸ ਹੈ ਇਨਕਮਸ ਸਟੇਟਮੈਂਟਸ ਸ਼ੋਇੰਗ ਦ ਰਿਜ਼ਲਟ ਆਫ ਆਪਰੇਸ਼ਨ ਡਿਊਰਿੰਗ ਦ ਸਰਟਨ ਪੀਰੀਅਡ ਦੇ ਅੰਦਰ ਤੁਹਾਡੇ ਐਸੈਟਸ, ਤੁਹਾਡੀ ਲਾਇਬਿਲਿਟੀ, ਕੈਪੀਟਲ, ਇਨਕਮਸ 'ਚ, ਐਕਸਪੈਂਸਿਸ 'ਚ ਜਿੰਨਾ ਚੇਂਜ ਆਇਆ ਉਹ ਸਾਰਾ ਕਿਹਦੇ ਅੰਦਰ ਅਸੀਂ ਸਮਰੀ ਕਰਕੇ ਰਿਕਾਰਡ ਕਰਦੇ ਆਪਣਾ ਫਾਈਨੈਂਸ਼ੀਅਲ ਸਟੇਟਮੈਂਟ ਦੇ ਅੰਦਰ। ਸੋ ਫਾਈਨੈਂਸ਼ੀਅਲ ਸਟੇਟਮੈਂਟ ਦਾ ਐਂਡ ਪ੍ਰੋਡਕਟ ਹੈ ਫਾਈਨੈਂਸ਼ੀਅਲ ਪ੍ਰਿਪਰੇਸ਼ਨ ਦਾ, ਜਿਹਦੇ 'ਚ ਉਹ ਪੂਰਾ ਰਿਵੀਲ ਕਰਦੀ ਹੈ ਫਾਈਨੈਂਸ਼ੀਅਲ ਪੋਜੀਸ਼ਨ ਕੀ ਹੈ ਤੁਹਾਡੇ ਬਿਜ਼ਨਸ ਦੀ, ਉਹ ਮਤਲਬ ਫੁੱਲ ਉਹਨੂੰ ਇਲੈਬੋਰੇਟ ਕਰਕੇ ਤੁਹਾਨੂੰ ਐਕਸਪਲੇਨ ਕਰਦੀ ਹੈ। ਸੋ ਆਪਣਾ ਜੀ ਕਰੈਕਟਰਿਸਟਿਕ ਐਂਡ ਨੇਚਰ ਆਫ ਫਾਈਨੈਂਸ਼ੀਅਲ ਸਟੇਟਮੈਂਟ ਕਿਵੇਂ ਹੈ ਜੀ, ਕਹਿੰਦਾ ਜੀ ਕਰੈਕਟਰਿਸਟਿਕਸ ਆਫ ਬੈਲੈਂਸ ਸ਼ੀਟ ਦੀ ਕੀ ਕਹਿ ਰਿਹਾ, ਇਟ ਸ਼ੋ ਦਾ ਫਾਈਨੈਂਸ਼ੀਅਲ ਪੋਜੀਸ਼ਨ ਆਫ ਦ ਕੰਪਨੀ ਐਟ ਸਪੈਸੀਫਿਕ ਪੁਆਇੰਟ ਆਫ ਟਾਈਮ 'ਤੇ ਉਹਨੂੰ ਪੂਰੀ ਆਪਣੀ ਫਾਈਨੈਂਸ਼ੀਅਲ ਪੋਜੀਸ਼ਨ ਸ਼ੋ ਕਰਦੀ ਹੈ। ਇੱਕ ਜਿਹੜਾ ਸਪੈਸੀਫਾਈ ਪੁਆਇੰਟ ਦਿੱਤਾ ਹੁੰਦਾ ਮੀਨਸ ਐਂਡ ਆਫ ਦੀ ਐਵਰੀ ਅਕਾਊਂਟਿੰਗ ਈਅਰ। ਜੇ ਤੁਹਾਡਾ ਅਕਾਊਂਟਿੰਗ ਈਅਰ 1 ਜਨ ਨੂੰ ਸਟਾਰਟ ਹੋ ਰਿਹਾ ਤਾਂ ਐਂਡ ਹੋਏਗਾ 31 ਦਸੰਬਰ ਨੂੰ। ਸੋ 31 ਦਸੰਬਰ ਨੂੰ ਇਹ ਬੈਲੈਂਸ ਸ਼ੀਟ ਡਿਸਕਲੋਜ਼ ਕਰਨੀ ਹੁੰਦੀ ਹੈ। ਅਕਾਊਂਟਿੰਗ ਇਕੁਏਸ਼ਨ ਡਿਸਕਰਾਈਬ ਕਰਦੇ ਜੀ ਐਸੈਟਸ ਐਂਡ ਲਾਇਬਿਲਿਟੀਜ਼, ਤੁਸੀਂ ਅਕਾਊਂਟਿੰਗ ਇਕੁਏਸ਼ਨ ਕੀਤੀ ਹੋਣੀ ਜੀ +1 +2 'ਚ। ਉਹਦੇ 'ਚ ਕੀ ਹੁੰਦਾ ਜੀ, ਜਿਹੜੀ ਅਕਾਊਂਟਿੰਗ ਇਕੁਏਸ਼ਨ ਆ ਉਹ ਪੂਰਾ ਪ੍ਰੋਪਰ ਡਿਸਕਰਾਈਬ ਕਰਦੇ ਤੁਹਾਡੇ ਐਸੈਟਸ ਐਂਡ ਲਾਇਬਿਲਿਟੀ ਨੂੰ, ਠੀਕ ਹੈ ਜੀ। ਉਹ ਕਿਵੇਂ ਕਿਤੋਂ ਪੈਸਾ ਜਨਰੇਟ ਹੁੰਦਾ। ਹੁਣ ਜਿਵੇਂ ਤੁਸੀਂ ਸਪੋਜ਼ ਕਰੋ ਅਕਾਊਂਟਿੰਗ ਇਕੁਏਸ਼ਨ 'ਚ ਕੀ ਇਫੈਕਟ ਪੈਂਦਾ, ਜਿਵੇਂ ਤੁਸੀਂ ਗੁੱਡਸ ਪਰਚੇਜ਼ ਕੀਤੀਆਂ ਕੈਸ਼ 'ਤੇ, ਤਾਂ ਉਹਦੇ 'ਚ ਕੀ ਹੋਏਗਾ ਜੀ, ਤੁਹਾਡਾ ਕੈਸ਼ ਹੈ ਜਿਹੜਾ ਉਹ ਲੈਸ ਅਮਾਊਂਟ ਹੋਏਗੀ ਜਿੰਨੇ ਦੀ ਤੁਸੀਂ ਪਰਚੇਜ਼ ਕੀਤੀ ਹੈ, ਅਤੇ ਉੱਥੇ ਇੱਕ ਅਕਾਊਂਟ ਕ੍ਰੀਏਟ ਹੋ ਜਾਏਗਾ ਅਕਾਊਂਟਿੰਗ ਇਕੁਏਸ਼ਨ 'ਚ ਸਟਾਕ ਦਾ, ਉਹਦੇ 'ਚ ਗੁੱਡਸ ਜਿਹੜੀਆਂ ਨੇ ਤੁਹਾਡੀਆਂ ਟਰਾਂਸਫਰ ਹੋ ਜਾਣਗੀਆਂ, ਠੀਕ ਹੈ ਜੀ। ਆਈ ਹੋਪ ਸੋ ਤੁਹਾਨੂੰ ਇਹ ਸੈਕਿੰਡ ਪੁਆਇੰਟ ਹੈ ਜਿਹੜਾ ਸਮਝ ਆ ਗਿਆ ਹੋਵੇਗਾ। 3rd ਪੁਆਇੰਟ ਕੀ ਕਹਿ ਰਿਹਾ ਜੀ, ਟੇਕਿੰਗ ਦਾ ਬੈਲੈਂਸ ਆਫ ਐਸੈਟ ਲਾਇਬਿਲਿਟੀ ਸ਼ੇਅਰ ਹੋਲਡਰ ਫੰਡ ਔਨ ਫੰਡਸ ਐਜ਼ ਔਨ ਦਾ ਡੇਟ ਵੈਨ ਇਟ ਇਜ਼ ਪ੍ਰਪੇਅਰ, ਜਦੋਂ ਤੋਂ ਪ੍ਰਪੇਅਰ ਕਰਦੇ ਆਪਾਂ ਬੈਲੈਂਸ ਐਸੈਟ ਲਾਇਬਿਲਿਟੀ ਸ਼ੇਅਰ ਹੋਲਡਰ ਦਾ, ਉਦੋਂ ਤੋਂ ਹੀ ਇਹਨਾਂ ਨੂੰ ਆਪਾਂ ਕੀ ਕਰਦੇ ਸ਼ੁਰੂ ਕਰ ਦਿੰਦੇ ਜਦੋਂ ਤੋਂ ਇਹ ਇਫੈਕਟਸ ਆ ਜਾਂਦੇ ਆ। 4th ਪੁਆਇੰਟ ਕੀ ਕਹਿ ਰਿਹਾ ਜੀ, ਅਕਾਊਂਟਸ ਬੈਲੈਂਸ ਸ਼ੀਟ ਦੇ ਓਪਨਿੰਗ ਟ੍ਰਾਂਜੈਕਸ਼ਨ ਡਿਊਰਿੰਗ ਦੀ ਈਅਰਸ ਕਿੰਨੀਆਂ ਕੀਤੀਆਂ ਅਤੇ ਕਲੋਜ਼ਿੰਗ ਬੈਲੈਂਸ ਇਹਦੇ 'ਚ ਆਪਾਂ ਬੈਲੈਂਸ ਸ਼ੀਟ 'ਚ ਸ਼ੋ ਕਰਦੇ ਹਾਂ। ਨੈਕਸਟ ਹੈ ਜੀ ਕਰੈਕਟਰਿਸਟਿਕਸ ਆਫ ਪ੍ਰੋਫਿਟ ਐਂਡ ਲਾਸ ਅਕਾਊਂਟਸ। ਇਹਦੇ 'ਚ ਕੀ ਹੁੰਦਾ ਜੀ, ਇਹ ਸ਼ੋ ਕਰਦਾ ਫਾਈਨੈਂਸ਼ੀਅਲ ਪਰਫਾਰਮੈਂਸ ਕੰਪਨੀ ਦੀ ਰੈਵਨਿਊ, ਐਕਸਪੈਂਸਿਸ, ਪ੍ਰੋਫਿਟ ਲਾਸ ਪੀਰੀਅਡ ਸਾਰਾ ਕੀ ਕਰਦਾ ਜੀ ਇਹ ਐਕਸਪਲੇਨ ਕਰਦਾ। ਉਸ ਤੋਂ ਬਾਅਦ ਜੀ ਇਹ ਕੀ ਕਹਿ ਰਿਹਾ ਜੀ, ਸੈਕਿੰਡ ਪੁਆਇੰਟ ਇਟਸ ਪ੍ਰਪੇਅਰ ਫॉर द ਪਾਸਟ ਪੀਰੀਅਡ ਹਿਸਟੋਰੀਕਲ ਡਾਕੂਮੈਂਟਸ ਹੈ ਪੂਰੇ ਕੀ ਕਰਦਾ ਪ੍ਰਪੇਅਰ ਕਰਦਾ ਆਪਣੇ। ਉਸ ਤੋਂ ਬਾਅਦ ਇਟ ਇਜ਼ ਸਪੈਸੀਫਿਕ ਅਕਾਊਂਟਿੰਗ ਪੀਰੀਅਡ ਹੁੰਦਾ ਇੱਕ ਸਪੈਸੀਫਿਕ, ਉਹਦੇ 'ਚ ਹੀ ਕ੍ਰੀਏਟ ਕੀਤਾ ਜਾਂਦਾ। ਐਵੇਂ ਨਹੀਂ ਹੁੰਦਾ ਜੀ ਇਹਨੂੰ ਹਰ ਮਹੀਨੇ ਬਾਅਦ 2 ਮਹੀਨੇ ਬਾਅਦ ਅਸੀਂ ਕ੍ਰੀਏਟ ਕਰਨ ਨੂੰ, ਜੋ ਸਪੈਸੀਫਾਈ ਪੀਰੀਅਡ ਹੈ ਉਹਦੇ 'ਚ ਇਹ ਰਿਕਾਰਡ ਹੁੰਦਾ। ਅੱਗੇ ਜੀ ਨੇਚਰ ਆਫ ਫਾਈਨੈਂਸ਼ੀਅਲ ਸਟੇਟਮੈਂਟ ਦਾ ਨੇਚਰ ਕੀ ਹੈ। ਫਸਟ ਨੇਚਰ ਕੀ ਰਿਕਾਰਡ ਫੈਕਟਸ, ਇਹਦੇ 'ਚ ਹਮੇਸ਼ਾ ਰਿਕਾਰਡਡ ਆਈਟਮ ਹੀ ਤੁਹਾਨੂੰ ਹੋਏਗੀ, ਓਰਲ ਆਈਟਮਸ ਕੋਈ ਨਹੀਂ ਹੋਣਗੀਆਂ। ਜਿਵੇਂ ਸਪੋਜ਼ ਕਰੋ ਤੁਸੀਂ ਸੇਲ ਕੀਤੀ ਹੈ ਕੈਸ਼ 'ਤੇ ਜਾਂ ਕ੍ਰੈਡਿਟ 'ਤੇ, ਹੈ ਨਾ। ਜੇ ਤੁਸੀਂ ਆਪਣੇ ਸੇਲ ਕੀਤੀ ਆ, ਪਰਚੇਜ਼ ਕੀਤੀ ਆ, ਉਹਦੇ ਪ੍ਰੋਪਰ ਅਕਾਊਂਟਸ ਬਣਨਗੇ। ਜੇ ਤੁਸੀਂ ਕ੍ਰੈਡਿਟ 'ਤੇ ਕੀਤੀ ਹੈ ਜੀ ਪਰਚੇਜ਼ ਤਾਂ ਤੁਹਾਡਾ ਕ੍ਰੈਡੀਟਰ ਕ੍ਰੀਏਟ ਹੋਏਗਾ। ਜੇ ਤੁਸੀਂ ਸੇਲ
ਕ੍ਰੈਡਿਟ ਤੇ ਕੀਤੀ ਹੈ ਜੀ ਤਾਂ ਤੁਹਾਡੇ ਕੀ ਕ੍ਰੀਏਟ ਹੋਣਗੇ, ਡੈਟਰਸ ਕ੍ਰੀਏਟ ਹੋਣਗੇ। ਸੋ ਪ੍ਰੋਪਰ ਰਿਕਾਰਡ ਫੈਕਟਸ ਇੱਥੇ ਉਹ ਆਪਣੇ ਪਾਉਂਦੇ ਆ। ਉਹ ਤੋਂ ਬਾਅਦ ਆ ਗਿਆ ਜੀ ਆਪਣੇ ਕਨਵੈਨਸ਼ਨਸ ਕਿਆ ਕਹਿ ਰਿਹਾ ਜੀ, ਬੁੱਕ ਆਫ ਅਕਾਊਂਟਸ ਫੋਲੋ ਕਰਦੇ ਆ ਅਕਾਊਂਟਿੰਗ ਕਨਵੈਨਸ਼ਨਸ ਨੂੰ। ਕਿਵੇਂ ਜਿਹੜੇ ਕਨਵੈਨਸ਼ਨਸ ਹੁੰਦੇ ਆ ਉਹ ਦੱਸਦੇ ਆ ਕਿ ਐਕਸਪੈਕਟਿਡ ਲੋਸ ਤੁਹਾਡਾ, ਐਕਸਪੈਕਟਿਡ ਗੇਨ ਕਿੰਨਾ ਹੋਏਗਾ, ਠੀਕ ਹੈ। ਪ੍ਰੋਵੀਜ਼ਨ ਦੱਸਦੀ ਐਕਸਪੈਕਟਿਡ ਲੋਸ ਬਟ ਐਕਸਪੈਕਟਿਡ ਗੇਨ ਵੀ ਨਾਲ ਦੱਸੇਗੀ। ਇਹਦਾ ਮਤਲਬ ਕੀ ਹੈ ਕਿ ਰੀਅਲ ਫਾਈਨੈਂਸ਼ੀਅਲ ਪਰਫੋਰਮੈਂਸ ਹੈ ਜਿਹੜੀ ਐਂਡ ਫਾਈਨੈਂਸ਼ੀਅਲ ਪੋਜੀਸ਼ਨ ਹੈ ਉਹ ਤੁਹਾਨੂੰ ਬੈਟਰ ਸ਼ੋ ਕਰਦੀ ਹੈ ਫਾਈਨੈਂਸ਼ੀਅਲ ਸਟੇਟਮੈਂਟਸ। ਕੌਣ ਜੀ, ਅਕਾਊਂਟਿੰਗ ਆਪਣੇ ਕਨਵੈਨਸ਼ਨਸ ਕਲੀਅਰ ਤਰੀਕੇ ਨਾਲ ਸ਼ੋ ਕਰਦੀ ਹੈ। ਸੋ ਆਪਣਾ ਨੈਕਸਟ ਪੁਆਇੰਟ ਹੈ ਜੀ ਅਕਾਊਂਟਿੰਗ ਕਨਵੈਨਸ਼ਨਸ ਤੋਂ ਬਾਅਦ ਜੀ। ਸੋ ਤੁਹਾਡਾ ਨੈਕਸਟ ਹੈ ਜੀ ਅਕਾਊਂਟਿੰਗ ਕਨਸੈਪਟਸ ਪੁਆਇੰਟ ਹੈ ਜੀ, ਅਕਾਊਂਟਿੰਗ ਕਨਸੈਪਟਸ। ਇਹਦੇ 'ਚ ਕੀ ਕਹਿ ਰਿਹਾ ਜੀ, ਜਿਹੜਾ ਤੁਹਾਡਾ ਅਕਾਊਂਟਿੰਗ ਸਟੇਟਮੈਂਟ ਹੈ ਉਹ ਤੁਹਾਡੇ ਅਕਾਊਂਟਿੰਗ ਕਨਸੈਪਟ ਦੇ ਅਕੋਰਡਿੰਗ ਪ੍ਰਿਪੇਅਰ ਕੀਤਾ ਜਾਂਦਾ। ਇਹਦੇ 'ਚ ਕੀ ਕਹਿ ਰਿਹਾ, ਜਿਹੜਾ ਤੁਹਾਡਾ ਗੋਇੰਗ ਕੰਸਰਨ ਕਨਸੈਪਟ ਹੈ ਉਹਦੇ 'ਚ ਉਹ ਸਾਰਾ ਕੁਝ ਐਜ਼ਿਊਮ ਕਰਦੇ ਆ, ਅਨਆਇਡੈਂਟੀਫਾਈ ਕਰਦੇ ਆ ਅਤੇ ਉਹਨੂੰ ਕੰਟੀਨਿਊ ਕਰਕੇ ਉਹ ਜਿਹੜੀ ਤੁਹਾਡੀ ਸ਼ੋਨ ਕਰਦਾ ਬੈਲੈਂਸ ਸ਼ੀਟ 'ਚ ਕਰਦੇ ਹਿਸਟੋਰੀਕਲ ਵੈਲਿਊ 'ਚ ਰੈਦਰ ਦੈਨ ਮਾਰਕੀਟ ਵੈਲਿਊ 'ਚ, ਜਾਂ ਤਾਂ ਹਿਸਟੋਰੀਕਲ ਵੈਲਿਊਜ਼ 'ਚ ਕਰਨਗੇ ਉਹਨੂੰ, ਜਾਂ ਫਿਰ ਤੁਹਾਡੀ ਮਾਰਕੀਟ ਵੈਲਿਊ ਜਿਹੜੀ ਉਸ ਟਾਈਮ ਅਵੇਲੇਬਲ ਹੋਏਗੀ। ਸੋ ਯੂਜ਼ ਆਫ ਅਕਾਊਂਟਿੰਗ ਕਨਸੈਪਟ ਹੈ ਮੇਕ ਕਰਦੀ ਫਾਈਨੈਂਸ਼ੀਅਲ ਸਟੇਟਮੈਂਟ ਨੂੰ ਰੈਲੇਵਲ ਕਰਦੀ ਹੈ, ਠੀਕ ਹੈ ਜੀ, ਅੰਡਰਸਟੈਂਡੇਬਲ ਐਂਡ ਕੰਪੇਅਰ ਕਰਕੇ ਪ੍ਰੋਪਰ ਉਹਨੂੰ ਡਿਸਕਲੋਜ਼ ਕਰਦੀ ਹੈ। ਪਰਸਨਲ ਜਜਮੈਂਟ ਜੀ ਨੈਕਸਟ ਪੁਆਇੰਟ ਹੈ ਜੀ, ਪਰਸਨਲ ਜਜਮੈਂਟ ਕੀ ਹੈ, ਇੰਪੋਰਟੈਂਟ ਬੇਅਰਿੰਗ ਆਫ ਆਪਣਾ ਫਾਈਨੈਂਸ਼ੀਅਲ ਸਟੇਟਮੈਂਟ ਦਾ। ਫੋਰ ਐਗਜ਼ਾਮਪਲ ਕਹਿੰਦਾ ਜੀ ਇਹਦੇ 'ਚ ਮੈਂ ਤੁਹਾਨੂੰ ਦੱਸਦੀ ਹਾਂ ਪਰਸਨਲ ਜਜਮੈਂਟ ਕੀ ਹੁੰਦੀ ਹੈ ਜੀ। ਦੇਖੋ ਆਪਣਾ ਡੈਪਰੀਸ਼ੀਏਸ਼ਨ ਹੈ, ਜਿਵੇਂ ਆਪਾਂ ਡੈਪਰੀਸ਼ੀਏਸ਼ਨ ਕੈਲਕੂਲੇਟ ਕਰਦੇ ਹਾਂ, ਉਹਦੇ ਦੋ ਮੈਥਡਸ ਹੈ ਜੀ। ਉਹਦੇ 'ਚ ਕੀ ਕਹਿ ਰਿਹਾ ਜੀ, ਇੱਕ ਤਾਂ ਰਿਟਨ ਡਾਊਨ ਹੈ ਜਾਂ ਫਿਕਸਡ ਇੰਸਟਾਲਮੈਂਟ ਮੈਥਡ ਹੈ। ਹੁਣ ਇਹ ਓਨਰ ਦੀ ਜਾਂ ਸ਼ੇਅਰ ਹੋਲਡਰ ਦੀ ਮਰਜ਼ੀ ਹੈ, ਉਹਨਾਂ ਦਾ ਆਪਣਾ ਡਿਸੀਜ਼ਨ ਹੈ, ਪਰਸਨਲ ਜਜਮੈਂਟ ਹੈ ਕਿ ਉਹਨਾਂ ਨੇ ਕਿਹੜਾ ਮੈਥਡ ਅਡੋਪਟ ਕਰਨਾ ਹੈ। ਹੁਣ ਜਿਵੇਂ ਸਟਾਕ ਦੇ ਕੇਸ 'ਚ ਵੀ ਐਵੇਂ ਹੁੰਦਾ ਹੈ, ਤੁਸੀਂ ਆਈ ਥਿੰਕ ਪੜ੍ਹਿਆ ਹੋਣਾ ਫਸਟ ਇਨ ਫਸਟ ਆਊਟ, ਲਾਸਟ ਇਨ ਫਸਟ ਆਊਟ ਆਪਣਾ ਸਟਾਕ ਦਾ ਕਨਸੈਪਟ ਹੈ। ਸੋ ਇਹਦੇ 'ਚ ਵੀ ਆਪਣੇ ਜਿਹੜੇ ਓਨਰ ਹੈ, ਸ਼ੇਅਰ ਹੋਲਡਰਸ ਹੈ, ਇਹ ਉਹਨਾਂ ਦੀ ਖੁਦ ਦੀ ਪਰਸਨਲ ਜਜਮੈਂਟ ਹੈ ਕਿ ਉਹਨਾਂ ਨੇ ਕਿਹੜਾ ਮੈਥਡ ਅਡੋਪਟ ਕਰਨਾ। ਉਹ ਫਸਟ ਇਨ ਫਸਟ ਆਊਟ ਵੀ ਕਰ ਸਕਦੇ ਆ, ਫਸਟ ਇਨ ਲਾਸਟ ਆਊਟ ਵੀ, ਇਹ ਵਾਲੇ ਸਾਰੇ ਮੈਥਡਸ ਉਹ ਆਪਣੀ ਪਰਸਨਲ ਜਜਮੈਂਟ ਦੇ ਅਕੋਰਡਿੰਗ ਕੀ ਕਰਦੇ ਆ ਜੀ, ਐਕਸਪਲੇਨ ਕਰਦੇ ਆ। ਸੋ ਆਈ ਹੋਪ ਸੋ ਜਿੰਨਾ ਮੈਂ ਤੁਹਾਨੂੰ ਇਹ ਸਟੱਡੀ ਕਰਾਇਆ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ ਜੀ। ਨੈਕਸਟ ਪੁਆਇੰਟ ਹੈ ਜੀ ਆਪਣਾ ਪਰਸਨਲ ਜਜਮੈਂਟ ਤੋਂ ਬਾਅਦ ਜੀ ਆਪਣਾ ਹੈਗਾ ਜੀ ਸੋਰਸ ਆਫ ਫਾਈਨੈਂਸ਼ੀਅਲ ਇਨਫੋਰਮੇਸ਼ਨ, ਕਿ ਸਾਨੂੰ ਸੋਰਸਿਸ ਕਿੱਥੋਂ ਮਿਲਦੀਆਂ। ਕਹਿੰਦੇ ਜੀ ਫਾਈਨੈਂਸ਼ੀਅਲ ਇਨਫੋਰਮੇਸ਼ਨ ਬੇਸਿਸ ਔਨ ਵਿਚ ਕਨਕਲੂਜਨ ਆਰ ਡਰੋਨ ਅਬਾਊਟ ਦਾ ਪ੍ਰੋਫਿਟੇਬਿਲਿਟੀ ਐਂਡ ਫਾਈਨੈਂਸ਼ੀਅਲ ਪੋਜੀਸ਼ਨ ਹੈ ਕੰਪਨੀ ਦੀ, ਉਹ ਸਾਨੂੰ ਕੀ ਹੈ ਜੀ ਪ੍ਰੋਪਰ ਸ਼ੋ ਕਰਦੀ ਹੈ। ਸਟੇਟਮੈਂਟ ਹੈ ਜਿਹੜੀ ਸਾਨੂੰ ਸੋਰਸ ਪ੍ਰੋਵਾਈਡ ਕਰ ਰਿਹਾ। ਸੋਰਸ ਕਿਹੜਾ ਪ੍ਰੋਵਾਈਡ ਕਰਦਾ, ਸਾਨੂੰ ਜਰਨਲ ਲੈਜਰ ਜਿਹੜੀ ਸਾਨੂੰ ਸੋਰਸ ਪ੍ਰੋਵਾਈਡ ਕਰਦਾ। ਸਭ ਤੋਂ ਮੋਸਟ ਇੰਪੋਰਟੈਂਟ ਤਾਂ ਜਰਨਲ ਹੀ ਹੈ, ਜਿਹੜੀ ਸਾਨੂੰ ਪ੍ਰਾਈਮ ਐਂਟਰੀਜ਼ ਹੈ ਜਿਹੜੀਆਂ ਮਤਲਬ ਬੁੱਕ ਆਫ ਓਰੀਜਨਲ ਐਂਟਰੀਜ਼ ਹੈ ਜਿਹੜੀਆਂ ਉਹ ਪ੍ਰੋਪਰ ਸ਼ੋ ਕਰਦਾ, ਜਿਹਦੇ ਨਾਲ ਸਾਡਾ ਕੀ ਬਣਦਾ ਜੀ ਆਪਣਾ ਫਾਈਨੈਂਸ਼ੀਅਲਸ ਬਣਦੀ ਹੈ, ਫਾਈਨੈਂਸ਼ੀਅਲ ਸਟੇਟਮੈਂਟਸ ਕੀ ਕਰਦੇ ਆ ਜੀ ਕ੍ਰੀਏਟ ਹੁੰਦੀ ਹੈ ਜੀ। ਨੈਕਸਟ ਆਪਣਾ ਟੌਪਿਕ ਹੈ ਜੀ ਆਪਣਾ ਕੰਟੈਂਟ ਆਫ ਐਨੂਅਲ ਰਿਪੋਰਟ ਦਾ ਜੀ। ਐਨੂਅਲ ਰਿਪੋਰਟ 'ਚ ਕੀ ਕਹਿੰਦੇ ਆ ਜੀ, ਜਿਹੜੀ ਪੂਰੇ ਸਾਲ ਦੀ ਰਿਪੋਰਟ ਆਪਾਂ ਨੇ ਦੇਣੀ ਹੁੰਦੀ ਹੈ, ਮਤਲਬ A to Z ਰਿਪੋਰਟ ਦੇਣੀ ਹੁੰਦੀ ਹੈ। ਹੁਣ ਜਿਵੇਂ ਇੱਕ ਬੱਚੇ ਦਾ ਰਿਜ਼ਲਟ ਆਉਂਦਾ, ਐਨੂਅਲ ਰਿਪੋਰਟ ਹੁੰਦੀ ਹੈ, ਉਹਦੇ 'ਚ ਉਹਦੇ ਪੂਰੇ ਸਾਲ ਦੀ ਪਰਫੋਰਮੈਂਸ ਹੁੰਦੀ ਹੈ। ਉਹਦੇ 'ਚ ਉਹਨੇ ਆਪਣੇ ਸਮੈਸਟਰ ਐਗਜ਼ਾਮਸ ਕੀ ਕੀਤਾ, ਯੂਨਿਟ ਟੈਸਟ 'ਚ ਕੀ ਕੀਤਾ ਉਹਨੇ, ਅਤੇ ਉਹਦੀ ਅਟੈਂਡੈਂਸ ਕੀਤੀ, ਮਤਲਬ ਇੱਕ ਤਰ੍ਹਾਂ ਦਾ ਪ੍ਰੋਪਰ ਉਹਦੀ ਪੂਰੇ ਸਾਲ ਦੀ ਡਿਟੇਲ ਜਿਹੜੀ ਹੁੰਦੀ ਹੈ ਉਹ ਹੁੰਦੀ ਹੈ ਜੀ ਆਪਣੀ ਐਨੂਅਲ ਰਿਪੋਰਟ ਹੁੰਦੀ ਹੈ। ਇਹਦੇ 'ਚ ਕੀ ਹੁੰਦਾ ਜੀ, ਐਨੂਅਲ ਰਿਪੋਰਟ 'ਚ ਕੀ ਇਨਕਲੂਡਡ ਹੁੰਦਾ, ਜਿਵੇਂ ਹੁਣ ਮੈਂ ਤੁਹਾਨੂੰ ਕਿਸੇ ਬੱਚੇ ਦੀ ਪਰਫੋਰਮੈਂਸ ਦੱਸੀ ਹੈ, ਉਹਦੇ 'ਚ ਉਹਦੀ ਏਜ ਮਤਲਬ ਉਹਦੀ ਕਿੰਨੀ ਅਟੈਂਡੈਂਸ ਹੈ, ਉਹਦੇ ਲਾਸਟ ਜਿਹੜੇ ਐਗਜ਼ਾਮਸ ਆ ਉਹਨਾਂ 'ਚ ਕੀ ਪਰਫੋਰਮੈਂਸ ਹੈ ਉਹਦੀ, ਅਤੇ ਜਿਹੜੇ ਉਹਨੇ ਯੂਨਿਟ ਟੈਸਟ ਦਿੱਤੇ ਉਹਨਾਂ 'ਚ ਕੀ ਪਰਫੋਰਮੈਂਸ ਆ, ਉਹ ਪੂਰੀ ਰਿਪੋਰਟ ਹੁੰਦੀ ਹੈ ਜੀ। ਐਵੇਂ ਆਪਣੇ ਅਕਾਊਂਟਿੰਗ 'ਚ ਹੁੰਦਾ ਜੀ, ਫਾਈਨੈਂਸ਼ੀਅਲ ਸਟੇਟਮੈਂਟ ਜਦੋਂ ਕ੍ਰੀਏਟ ਕਰਦੇ ਐਨੂਅਲ ਰਿਪੋਰਟ ਪ੍ਰੋਵਾਈਡ ਕੀਤੀ ਜਾਂਦੀ ਹੈ। ਸੋ ਉਹਦੇ 'ਚ ਇਹ ਡਿਟੇਲ ਇਨਫੋਰਮੇਸ਼ਨ ਜਿਹੜੀ ਹੈ ਪ੍ਰੋਪਰ ਮੈਂਸ਼ਨ ਕਰਨੀ ਕੰਪਲਸਰੀ ਹੁੰਦੀ ਹੈ, ਤੁਸੀਂ ਇਹਦੇ 'ਚ ਕੋਈ ਵੀ ਚੀਜ਼ ਮਿਸ ਨਹੀਂ ਕਰ ਸਕਦੇ। ਸੋ ਜਿਹੜੀ ਆਪਣੀ ਪਹਿਲੀ ਹੈ ਜੀ ਉਹ ਕੀ ਕਹਿ ਰਿਹਾ ਜੀ, ਰਿਪੋਰਟ ਕਰਨਾ। ਸੈਕਸ਼ਨ 134 ਦੇ ਅਕੋਰਡਿੰਗ ਕੰਪਨੀ ਐਕਟ ਦੇ ਵਿੱਚ ਕੀ ਹੁੰਦਾ ਜੀ, ਡਾਇਰੈਕਟਰ ਰਿਸਪੌਂਸਿਬਿਲਟੀ ਸਟੇਟਮੈਂਟ ਹੁੰਦੀ ਹੈ ਜੀ, ਕਿ ਹਾਂਜੀ ਮੈਂ ਇਸ ਚੀਜ਼ ਦੀ ਮੈਂ ਪੂਰੀ ਰਿਸਪੌਂਸਿਬਿਲਟੀ ਚੱਕਦਾ। ਸੋ ਇਹਦੇ 'ਚ ਜਿਹੜਾ ਡਾਇਰੈਕਟਰ ਹੁੰਦਾ ਰਿਸਪੌਂਸਿਬਿਲਟੀ ਲੈਂਦਾ ਜੀ। ਰਿਪੋਰਟ ਔਨ ਦਾ ਕਾਰਪੋਰੇਟਿਵ ਗਵਰਨੈਂਸ ਜਿਹੜੀ ਹੁੰਦੀ ਆ ਉਹ ਰਿਪੋਰਟ ਕਰਦੀ ਹੈ ਜੀ। ਉਹ ਤੋਂ ਬਾਅਦ ਹੈ ਜਿਹੜੀ ਤੁਹਾਡੀ ਮੈਨੇਜਮੈਂਟ ਹੈ ਜੀ, ਪੂਰੀ ਡਿਸਕਸ਼ਨਸ ਐਂਡ ਪੂਰਾ ਡਿਟੇਲ ਮੈਂਸ਼ਨ ਕਰਕੇ ਉਹ ਪੂਰੀ ਦਿਨ ਦੇ ਪ੍ਰੋਪਰ ਡਿਸਕਸ਼ਨ ਕਰਕੇ ਕਿਸੇ ਵੀ ਚੀਜ਼ 'ਤੇ ਫਿਰ ਮੈਂਸ਼ਨ ਕਰਦੀ ਹੈ ਜੀ। ਨੈਕਸਟ ਸੈਕਿੰਡ ਪੁਆਇੰਟ ਹੈ ਜੀ ਆਡੀਟਰ ਰਿਪੋਰਟ ਹੁੰਦੀ ਹੈ, ਜਿਹੜੀ ਆਡਿਟ ਆਪਣੇ ਅਕਾਊਂਟਸ ਆਡਿਟ ਕਰਦਾ, ਜਿੱਥੇ ਫੋਲਟ ਹੁੰਦਾ ਉਹਨੂੰ ਕਰੈਕਟ ਕਰਦਾ ਹੈ ਜੀ, ਠੀਕ ਆ। ਐਰਰ ਓਮਿਸ਼ਨਸ ਨੂੰ ਡਿਡਕਟ ਕਰਕੇ ਜਿਹੜਾ ਪ੍ਰੋਪਰ ਅਕਾਊਂਟ ਮੇਨਟੇਨ ਕਰਦਾ ਉਹ ਆਡੀਟਰ ਰਿਪੋਰਟ ਜੀ।
अपना अगला नैक्सट है जी फाइनैंशियल स्टेटमेंट की होएगा बैलेंस शीट होएगी जी तुहाडे एंड ऑफ द ईयर की जी क्रिएट होंदी है। उदों बाद प्रॉफिट एंड लॉस अकाउंट है जिहड़ा ईयर एंडेड का होएगा एंड कैश फ्लो स्टेटमेंट किहड़ी एक्टिविटी तुहाडी बैलेंस शीट प्रॉफिट एंड लॉस एंड कैश फ्लो स्टेटमेंट्स कंपलसरी है ये तुहानूं प्रेजेंट करनी पेगी जदों एनुअल रिपोर्ट का टाइम आता है। उस तो बाद जी अपना आ गया जी नोट्स टू अकाउंट ब्रीफ होंदी है जी डेटा ये हर फाइनैंशियल ईयर का डाटा मैंशन होंदा है जी ये की है जी लाइन टू लाइन टर्म्स है जिहड़ियां तुहानूं की कीतियां जांदियां मैंशन कीतियां जांदियां मतलब एकदम प्रॉपर डेटा पूरा एक्सप्लेन किया जाता है। ओके स्टूडेंट्स सो आई होप सो तुहानूं ये इत्थों तक पूरा समझ आ गया होवेगा। सो अपना नैक्सट टॉपिक है जी ये तो बाद एनुअल रिपोर्ट का नैक्सट पार्ट है जी अपना नैक्सट पार्ट है जी एक्सप्लेनेटरी नोट्स होंगे जी जोड़े पूरे एक्सप्लेन किए जाते ईवेंट्स किहड़े हैपन हो रहे हैं वो होणगे जी तो एडिशनल इंफॉर्मेशन जी डिस्कलोज की पार्ट 3 के अकॉर्डिंग वो पानी होएगी जी। अगला जी नैक्सट पॉइंट है जी अपना रिपोर्ट बाय द बोर्ड ऑफ डायरैक्टर रिपोर्ट किवें करनगे जी डाटा एक्वायर करन तो बाद जिहड़े अपने बोर्ड ऑफ डायरैक्टर्स हैं वो एक एनुअल जनरल मीटिंग कंडक्ट करांदे जिहदे च ये पूरी डिटेल है अपना ही मैंशन करते हैं है ना। सो ये क्या है ये अडोप्ट करते हैं जी अपने बोर्ड रिपोर्ट बैलेंस शीट प्रॉफिट एंड लॉस तो पूरी अपनी डिस्कशन करते हैं कंटेंट है जिहड़ा स्पैसीफाई किया वो डिस्कशन करते हैं। सो नैक्सट है जी अपना ऑडिटर्स रिपोर्ट टू द शेयर होल्डर ये की होंगे जी ऑडिटर ऑफ द कंपनी बेस करता एग्जामिनेशन करता तुहाडे बुक ऑफ अकाउंट्स नूं जिहड़ी तुसीं इंफॉर्मेशन प्रोवाइड की उन्होंने एग्जामिन करेगा ठीक है जी। ओपीनियन दसेगा अपना जी कि एप्लीकेशन किहड़े तुहाडी टर्म ते किहड़ा लॉ एप्लीकेबल होवेगा है ना। सो तुहानूं पता है कि अकाउंटिंग लॉ तो बिना नहीं चलती हैगी सैक्शनस प्रॉपर लगते हैं। सो जिहड़ा अकाउंटिंग स्टैंडर्ड है वो भी एक फाइनैंशियल स्टेटमेंट का पार्ट होंगे जिहदे च बैलेंस शीट प्रॉफिट एंड लॉस कैश फ्लो आ ट्रू एंड फेयर होना चाहिए डेटा वो कोई गड़बड़ नहीं होनी चाहिए क्योंकि जो गड़बड़ होएगी ऑब्वियस है तुहाडा बिजनेस भी सर्वाइव नहीं कर पाएगा। सो ऑडिटर रिपोर्ट से पूरा क्लीयर डेटा की है मैंशन होंदा है। ओके स्टूडेंट सो नैक्सट फाइनैंशियल स्टेटमेंट अपना पार्ट की है जी बैलेंस शीट की कर जी बैलेंस शीट है जी फाइनैंशियल स्टेटमेंट है समरी करती है कंपनी के जोड़े इक्विटी शेयर लाइबिलिटी एसेट है स्पैसीफाई करती है जी ठीक है जी। ये 3 पार्ट होंगी है जी पहला पार्ट किहड़ा जी इक्विटी शेयर होल्डर दूजा लाइबिलिटी थर्ड है जी एसेट शोन एज कंपनी ओन्स एंड किने ओनर की होंगी है जी ये अपन 3 साइड्स हैं जिहड़ियां मैंशन होंदी है। सो ये बैलेंस शीट का अपना फॉर्मेट है तुसीं इहनूं देख लिओ ठीक है जी। ये कोई जो भी डेटा मैंशन है एज इट इज़ ये रिकॉर्ड करना होंगे है ना जी। ये अपना इक्विटी एंड लाइबिलिटीज़ वगैरह शेयर होल्डर फंड ਜਿਹੜੇ प्रॉपर एवें मैंशन किए जाते हैं जी एंड ऑफ करंट पीरियड्स किन्ने सीगे जी तो एंड ऑफ प्रीवियस रिपोर्टिंग पीरियड सीगा जिहड़ा ਉਹਦੇ ਚ किवें सीगी इत्थे तुहाडे जी आ गए जी ये एसेट्स आ गए जी उस तो बाद तुहाडे करंट एसेट्स ये पूरी डिटेल च तुहानूं मैंशन करने पैणगे बैलेंस शीट। सो आई होप सो तुहानूं मेरी वीडियो वधिया लगी होवेगी जी स्टूडेंट तुहानूं मेरी वीडियो वधिया लगी है सो प्लीज़ लाइक शेयर ते चैनल नूं सबसक्राइब करना ना भूलियो। थैंक यू सो मच।